2 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 2 ਅਗਸਤ ਦੇ ਇਤਿਹਾਸ ਬਾਰੇ। 2 ਅਗਸਤ 1858 ਨੂੰ ਬ੍ਰਿਟਿਸ਼ ਸੰਸਦ ਦੁਆਰਾ ਭਾਰਤ ਸਰਕਾਰ ਐਕਟ 1858 ਪਾਸ ਕੀਤਾ ਗਿਆ ਸੀ। ਇਸ ਐਕਟ ਦੇ ਤਹਿਤ ਭਾਰਤ ਦਾ ਰਾਜ ਬ੍ਰਿਟਿਸ਼ ਰਾਜ ਦੇ ਤਹਿਤ ਵਿੱਚ ਚਲਾ ਗਿਆ ਸੀ ਅਤੇ ਇੰਗਲੈਂਡ ਦੀ ਸੰਸਦ ਦਾ ਭਾਰਤ ਉੱਤੇ ਸਿੱਧਾ ਨਿਯੰਤਰਣ ਸੀ। ਭਾਰਤ ਵਿੱਚ ਪ੍ਰਸ਼ਾਸਨ ਨੇ ਇੱਕ ਸਕੱਤਰ ਨਿਯੁਕਤ ਕੀਤਾ ਗਿਆ ਸੀ ਜੋ ਮਹਾਰਾਣੀ ਨੂੰ ਜਵਾਬਦੇਹ ਸੀ। ਇਸ ਐਕਟ ਦੇ ਤਹਿਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਕਰ ਦਿੱਤਾ ਗਿਆ ਸੀ ਅਤੇ ਈਸਟ ਇੰਡੀਆ ਕੰਪਨੀ ਦੀਆਂ ਸਰਕਾਰਾਂ ਖੇਤਰ ਅਤੇ ਮਾਲੀ ਦੀਆਂ ਸ਼ਕਤੀਆਂ ਖੋਲੀਆਂ ਗਈਆਂ ਸਨ ਅਤੇ ਬ੍ਰਿਟਿਸ਼ ਰਾਜ ਨੂੰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਬਦਲ ਕੇ ਭਾਰਤ ਦਾ ਵਾਇਸਰਾਏ ਕਰ ਦਿੱਤਾ ਗਿਆ। ਇਸ ਐਕਟ ਵਿੱਚ ਮੁਗਲ ਰਾਜ ਨੂੰ ਲਿਖਤੀ ਰੂਪ ਵਿੱਚ ਖਤਮ ਕਰ ਦਿੱਤਾ ਗਿਆ ਸੀ। ਇਸ ਨਾਲ ਭਾਰਤ ਦੇ ਸੈਕਟਰੀ ਆਫ ਸਟੇਟ ਨੂੰ ਕੰਪਨੀ ਦੀ ਕੋਰਟ ਆਫ ਡਾਇਰੈਕਟਰਸ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਸਨ। ਰਾਜ ਦੇ ਸਕੱਤਰ ਦੀ ਸਹਾਇਤਾ ਲਈ ਉਹਨਾਂ ਦੀ ਪ੍ਰਧਾਨਗੀ ਹੇਠ 15 ਮੈਂਬਰਾਂ ਦੀ ਇੱਕ ਕੌਂਸਲ ਵੀ ਬਣਾਈ ਗਈ ਸੀ। ਇਸ ਦੇ ਨਾਲ ਹੀ ਬੋਰਡ ਆਫ ਕੰਟਰੋਲ ਅਤੇ ਕੋਰਟ ਆਫ ਡਾਇਰੈਕਟਰਸ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਐਕਟ ਨੇ ਭਾਰਤੀ ਇਤਿਹਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਜਿਸ ਨਾਲ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਅੰਤ ਹੋਇਆ ਅਤੇ ਨਵੇਂ ਬ੍ਰਿਟਿਸ਼ ਰਾਜ ਦਾ ਯੁੱਗ ਅਗਸਤ 1947 ਵਿੱਚ ਭਾਰਤ ਦੀ ਵੰਡ ਤੱਕ ਚੱਲਿਆ। ਪਿੰਗਲੀ ਵੈਂਕਈਆ ਦਾ ਜਨਮ 2 ਅਗਸਤ 1876 ਨੂੰ ਆਂਧਰ ਪ੍ਰਦੇਸ਼ ਦੇ ਪਟਲਾਪੇਨਾਮਾਰੂ ਵਿੱਚ ਹੋਇਆ ਸੀ। ਪਿੰਗਲੀ ਵੈਂਕਈਆ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਇੱਕ ਪ੍ਰਸਿੱਧ ਕਿਸਾਨ ਸੀ ਜਿਸ ਨੂੰ ਭਾਰਤੀ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹਨਾਂ ਨੇ ਭਾਰਤੀ ਝੰਡੇ ਦੇ ਡਿਜ਼ਾਈਨ ਨੂੰ ਕਈ ਵਾਰ ਸੋਧਿਆ ਸੀ। ਉਹ ਮਹਾਤਮਾ ਗਾਂਧੀ ਦੇ ਕਰੀਬੀ ਸਨ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸਰਗਰਮੀ ਨਾਲ ਸ਼ਾਮਿਲ ਹੋਈ ਸੀ। ਉਹਨਾਂ ਵੱਲੋਂ ਤਿਆਰ ਕੀਤਾ ਗਿਆ ਭਾਰਤੀ ਝੰਡੇ ਦਾ ਡਿਜ਼ਾਈਨ 1921 ਵਿੱਚ ਕਾਂਗਰਸ ਦੇ ਵਿਜੇਵਾੜਾ ਸੈਸ਼ਨ ਵਿੱਚ ਪੇਸ਼ ਕੀਤਾ ਗਿਆ ਸੀ। ਗਾਂਧੀ ਨੇ ਇਸ ਝੰਡੇ ਨੂੰ ਮਾਨਤਾ ਦਿੱਤੀ ਅਤੇ ਇਸ ਨੂੰ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਬਣਾਇਆ। ਬਾਅਦ ਵਿੱਚ ਉਹਨਾਂ ਦੇ ਡਿਜ਼ਾਈਨ ਹੌਲੀ-ਹੌਲੀ ਭਗਵਾ, ਚਿੱਟਾ ਅਤੇ ਹਰੇ ਰੰਗ ਦੇ ਨਾਲ ਮੌਜੂਦਾ ਤਿਰੰਗੇ ਵਿੱਚ ਬਦਲ ਗਿਆ। ਇਸ ਦੇ ਨਾਲ ਹੀ ਤਿਰੰਗੇ ਦੇ ਵਿਚਕਾਰ ਅਸ਼ੋਕ ਚੱਕਰ ਹੈ। ਪਿੰਗਲੀ ਵੈਂਕਈਆ ਦੀ ਇਸ ਡਿਜ਼ਾਈਨ 1931 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਸਵੀਕਾਰ ਕੀਤਾ ਗਿਆ ਸੀ। ਪਿੰਗਲੀ ਵੈਂਕਈਆ ਦਾ ਦੇਹਾਂਤ 4 ਜੁਲਾਈ 1963 ਨੂੰ ਹੋਇਆ ਸੀ। 2 ਅਗਸਤ 1999 ਨੂੰ ਰਾਜਧਾਨੀ ਦਿੱਲੀ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਰੀਬ 300 ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ ਅੰਦਾਜ਼ਨ 1000 ਲੋਕਾਂ ਦੀ ਮੌਤ ਹੋਈ ਸੀ। ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਬ੍ਰਹਮਪੁੱਤਰ ਐਕਸਪ੍ਰੈਸ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵੱਲ ਜਾ ਰਹੀ ਸੀ। ਉਸ ਸਮੇਂ ਇੱਕ ਹੋਰ ਰੇਲਗੱਡੀ ਅਵਧ ਅਸਾਮ ਐਕਸਪ੍ਰੈਸ ਡਿਬਰੂਗੜ੍ਹ ਤੋਂ ਰਾਜਸਥਾਨ ਦੇ ਲਾਲਗੜ੍ਹ ਵੱਲ ਆ ਰਹੀ ਸੀ ਕਿ ਕਿਸ਼ਨਗੰਜ ਸਟੇਸ਼ਨ ਤੇ ਇੱਕ ਨਵੇਂ ਟਰੈਕ ਦੇ ਨਿਰਮਾਣ ਅਤੇ ਰੱਖ ਰਖਾਵ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ 4 ਵਿੱਚੋਂ ਸਿਰਫ ਇੱਕ ਟਰੈਕ ਚਾਲੂ ਸੀ। ਕੈਬਿਨਮੈਨ ਨੇ ਸਿਗਨਲ ਦੇਣ 'ਚ ਲਾਪਰਵਾਹੀ ਵਰਤੀ ਅਤੇ ਟ੍ਰੇਨ ਨੂੰ ਗਲਤ ਟਰੈਕ ਤੇ ਭੇਜ ਦਿੱਤਾ, ਜਿਸ ਤੋਂ ਬਾਅਦ 2 ਅਗਸਤ ਨੂੰ ਦੇਰ ਰਾਤ ਨੂੰ ਟ੍ਰੇਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇੰਜਨ ਸਮੇਤ ਕਈ ਬੋਗੀਆਂ ਹਵਾ ਵਿੱਚ 40 ਫੁੱਟ ਤੱਕ ਉਛਲ ਗਈਆਂ। ਬੋਗੀਆਂ ਨੂੰ ਵੀ ਅੱਗ ਲੱਗ ਗਈ ਅਤੇ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਗਈ ਸੀ। CBI ਨੇ 20 ਜੁਲਾਈ 2001 ਨੂੰ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਦੇ ਆਧਾਰ ਤੇ ਸਾਲ 2007 ਵਿੱਚ ਅਦਾਲਤ ਨੇ 6 ਰੇਲਵੇ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ। ਸਾਰਿਆਂ ਨੂੰ 2 ਸਾਲ ਦੀ ਕੈਦ ਅਤੇ 11,500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। 2 ਅਗਸਤ 1954 ਨੂੰ ਦਾਦਰਾ ਅਤੇ ਨਾਗਰ ਹਵੇਲੀ ਨੇ ਪੁਰਤਗਾਲੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਦਿਨ ਨੂੰ ਦਾਦਰਾ ਅਤੇ ਨਾਗਰ ਹਵੇਲੀ ਦਾ ਮੁਕਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇ ਕਿ 1947 ਵਿੱਚ ਭਾਰਤ ਤੋਂ ਬ੍ਰਿਟਿਸ਼ ਦੇ ਚਲੇ ਜਾਣ ਦੇ ਨਾਲ ਇੱਕ ਸਮਝੌਤੇ ਦੇ ਤਹਿਤ ਫਰਾਂਸ ਨੇ ਪੁਡੂਚੇਰੀ ਸਮੇਤ ਕਈ ਖੇਤਰ ਜੋ ਕਿ ਫਰਾਂਸ ਦੇ ਖੇਤਰ ਵਿੱਚ ਸਨ, ਫਰਾਂਸ ਨੇ ਭਾਰਤ ਸਰਕਾਰ ਨੂੰ ਦਿੱਤੇ ਸਨ। ਪਰ ਅੰਗਰੇਜ਼ਾਂ ਤੋਂ ਪਹਿਲਾਂ ਆਏ ਪੁਰਤਗਾਲੀ ਅਜੇ ਭਾਰਤ ਨੇ ਨਹੀਂ ਛੱਡਿਆ ਸੀ। ਗੋਆ, ਦਮਨਦੀਪ ਅਤੇ ਨਾਗਰ ਹਵੇਲੀ ਹਾਲੇ ਆਜ਼ਾਦ ਨਹੀਂ ਹੋਏ ਸੀ। ਇਹੀ ਕਾਰਨ ਸੀ ਕਿ ਉੱਥੋਂ ਦੇ ਕੁਝ ਨੌਜਵਾਨਾਂ ਨੇ ਸੁਤੰਤਰ ਇਨਕਲਾਬ ਦੀ ਯੋਜਨਾ ਬਣਾਈ ਸੀ। ਇਸੇ ਸਿਲਸਿਲੇ 'ਚ 2 ਅਗਸਤ 1954 ਨੂੰ ਆਜ਼ਾਦੀ ਦੇ ਸਮਰਥਕਾਂ ਨੇ ਸਿਲਵਾਸਾ ਪਹੁੰਚ ਕੇ ਪੁਲਿਸ ਚੌਕੀ ਅਤੇ ਹੋਰ ਥਾਵਾਂ ਤੇ ਹਮਲਾ ਕਰ ਦਿੱਤਾ। ਆਜ਼ਾਦੀ ਦੇ ਸਮਰਥਕਾਂ ਨੇ ਪੁਲਿਸ ਵਾਲਿਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਕ੍ਰਾਂਤੀਕਾਰੀ ਰਾਤ ਭਰ ਪੁਲਿਸ ਚੌਕੀ ਵਿੱਚ ਡਟੀ ਰਹੀ। ਇਸ ਦੇ ਨਾਲ ਹੀ ਸਵੇਰੇ ਕ੍ਰਾਂਤੀਕਾਰੀ ਨੇ ਉੱਥੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ ਅਤੇ ਦਾਦਰਾ ਅਤੇ ਨਾਗਰ ਹਵੇਲੀ ਨੂੰ ਭਾਰਤ ਗਣਰਾਜ ਦਾ ਹਿੱਸਾ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਚੌਕੀ ਅਤੇ ਹੋਰ ਥਾਵਾਂ ਤੇ ਲਗਾਏ ਪੁਰਤਗਾਲੀ ਝੰਡੇ ਉਤਾਰ ਦਿੱਤੇ ਅਤੇ ਉੱਥੇ ਭਾਰਤੀ ਤਿਰੰਗਾ ਵੀ ਲਹਿਰਾਇਆ। 2 ਅਗਸਤ 1990 ਨੂੰ ਪਹਿਲੀ ਖਾੜੀ ਜੰਗ ਦੀ ਸ਼ੁਰੂਆਤ ਹੋਈ ਸੀ। ਇਹ ਜੰਗ 28 ਫਰਵਰੀ 1991 ਤੱਕ ਜਾਰੀ ਰਹੀ। ਇਹ ਯੁੱਧ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਰਾਕ ਨੇ ਕੁਵੈਤ ਤੇ ਹਮਲਾ ਕੀਤਾ। ਇਸ ਦੇ ਪਿੱਛੇ ਮੁੱਖ ਕਾਰਨ ਇਰਾਕ ਦੇ ਤੇਲ ਉਤਪਾਦਨ ਅਤੇ ਕੁਵੈਤ ਨਾਲ ਲੱਗਦੀਆਂ ਸਰਹੱਦਾਂ ਨੂੰ ਲੈ ਕੇ ਵਿਵਾਦ ਸੀ। ਸੰਯੁਕਤ ਰਾਸ਼ਟਰ ਨੇ ਇਰਾਕ ਦੇ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਤੁਰੰਤ ਕੁਵੈਤ ਤੋਂ ਹਟਣ ਦਾ ਹੁਕਮ ਦਿੱਤਾ। ਸੰਯੁਕਤ ਰਾਸ਼ਟਰ ਨੇ ਵੀ ਇਰਾਕ ਤੇ ਆਰਥਿਕ ਪਾਬੰਦੀਆਂ ਲਗਾਈਆਂ ਸਨ। ਇਸ ਦੇ ਨਾਲ ਹੀ ਅਮਰੀਕਾ ਦੀ ਅਗਵਾਈ ਵਿੱਚ ਬੜੇ ਅੰਤਰਰਾਸ਼ਟਰੀ ਗਠਜੋੜ ਨੂੰ ਕੁਵੈਤ ਨੂੰ ਆਜ਼ਾਦ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ 17 ਜਨਵਰੀ 1991 ਨੂੰ ਆਪਰੇਸ਼ਨ ਡੈਜ਼ਰਟ ਸਟੋਰਮ ਸ਼ੁਰੂ ਹੋਇਆ, ਜਿਸ 'ਚ ਵੱਡੇ ਪੱਧਰ ਤੇ ਹਵਾਈ ਬੰਬਾਰੀ ਕੀਤੀ ਗਈ।
23 ਫਰਵਰੀ 1991 ਨੂੰ ਗੱਠਜੋੜ ਬਲਾਂ ਨੇ ਜ਼ਮੀਨੀ ਹਮਲਾ ਸ਼ੁਰੂ ਕੀਤਾ। ਜ਼ਮੀਨੀ ਮੁਹਿੰਮ ਸ਼ੁਰੂ ਹੋਣ ਤੋਂ 100 ਘੰਟੇ ਬਾਅਦ 28 ਫਰਵਰੀ 1991 ਨੂੰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਇਰਾਕੀ ਬਲਾਂ ਨੂੰ ਕੁਵੈਤ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਅਧਿਕਾਰ ਦੀ ਜਨਗਣਨਾ 2 ਅਗਸਤ 1790 ਨੂੰ ਸ਼ੁਰੂ ਹੋਈ ਸੀ। ਇਸ ਜਨਗਣਨਾ ਨੂੰ ਸਕੱਤਰ ਥਾਮਸ ਜੈਫਰਸਨ ਦੇ ਕਾਰਜਕਾਲ ਦੌਰਾਨ ਕੀਤਾ ਗਿਆ ਸੀ। ਇਸ ਜਨਗਣਨਾ ਨੂੰ ਪੂਰਾ ਹੋਣ ਵਿੱਚ 18 ਮਹੀਨੇ ਲੱਗੇ। ਉਸ ਸਮੇਂ ਘੋੜਿਆਂ ਤੇ ਸਵਾਰ ਹੋ ਕੇ ਹਿਸਾਬ ਕਿਤਾਬ ਕਰਨ ਵਾਲੇ ਲੋਕ ਇਸ ਕੰਮ 'ਚ ਲੱਗੇ ਹੋਏ ਸਨ। ਉਸ ਸਮੇਂ ਅਮਰੀਕਾ ਦੀ ਆਬਾਦੀ 39 ਲੱਖ ਦੇ ਕਰੀਬ ਸੀ, ਜਿਸ ਵਿੱਚੋਂ 7 ਲੱਖ ਦੇ ਕਰੀਬ ਕੈਦੀ ਸਨ। 1790 ਦੀ ਜਨਗਣਨਾ ਤੋਂ ਲੈ ਕੇ ਹੁਣ ਤੱਕ 23 ਸੰਘੀ ਜਨਗਣਨਾਵਾਂ ਹੋਈਆਂ ਹਨ। ਅਮਰੀਕਾ ਵਿੱਚ ਹਰ 10 ਸਾਲ ਬਾਅਦ ਜਨਗਣਨਾ ਕਰਾਈ ਜਾਂਦੀ ਹੈ। ਸਭ ਤੋਂ ਤਾਜ਼ਾ ਜਨਗਣਨਾ 2020 ਵਿੱਚ ਕਰਵਾਈ ਗਈ ਸੀ। ਅਗਲੀ ਜਨਗਣਨਾ 2023 ਲਈ ਤੈਅ ਕੀਤੀ ਗਈ ਹੈ। ਜਨਗਣਨਾ ਬਿਊਰੋ ਦੀ ਮੂਲ ਏਜੰਸੀ ਅਮਰੀਕੀ ਵਣਜ ਵਿਭਾਗ ਹੈ।